I see her rolling up, Uber black Cadillac, high heel boots and a sexy body full of tats. Baby's bad, oh baby's hella bad. After her there ain't no coming back. Wanna take a run at that. I think she's feeling me, turn it up a few degrees. My imagination of her body gets the best of me. Oh gosh, she's such a tease, bitten lips, bruised knees. I'm addicted to her, need her touching me, cause she got a ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨਸ ਇੰਨੇ ਸੋਹਣੇ ਤੇ ਇੰਨੇ ਪਿਆਰੇ ਸਬਜੈਕਟ ਨੂੰ ਤੁਸੀਂ ਚੂਜ਼ ਕੀਤਾ, ਸੋ ਕੰਗ੍ਰੈਚੁਲੇਸ਼ਨ ਪਹਿਲੇ ਕਿਉਂਕਿ ਆਬਵੀਅਸਲੀ ਹਿੱਟ ਸੁਪਰ ਹਿੱਟ ਬਲੌਕਬਸਟਰ ਇਹ ਸਭ ਬਾਕੀ ਫਿਲਮਾਂ ਨਹੀਂ ਹੁੰਦੇ ਨੇ। ਜਿਹੜੇ ਫਿਲਮਾਂ ਦਿਲ ਨੂੰ ਛੂਹਣ ਵਾਲੀਆਂ ਹੁੰਦੀਆਂ ਉਹਨਾਂ ਨਾਲ ਸਿਰਫ ਦੂਜੀਆਂ ਗੱਲਾਂ ਹੁੰਦੀਆਂ ਨੇ। ਸੋ ਸਭ ਤੋਂ ਪਹਿਲਾਂ ਫਿਲਮ ਦੇ ਵਨ ਮੈਨ ਆਰਮੀ ਤੇ ਸਾਡੀ ਫਿਲਮ ਦੇ ਪ੍ਰੋਡਿਊਸਰ ਤੇ ਫਿਲਮ ਦੇ ਮੇਨ ਐਕਟਰ ਗਿੱਪੀ ਗਰੇਵਾਲ ਜੀ ਨਾਲ ਗੱਲ ਕਰਨਾ ਚਾਹਾਂਗੇ। ਤੁਸੀਂ ਹਮੇਸ਼ਾ ਆਡੀਅנס ਨੂੰ ਜਦੋਂ ਵੀ ਪੂਰੇ ਸਾਲ ਦਾ ਇੱਕ ਪੈਕੇਜ ਦਿੰਦੇ ਹੋ ਤੁਹਾਡੀ ਫਿਲਮਾਂ ਦਾ, ਵਿੱਚ ਐਂਟਰਟੇਨਿੰਗ ਫਿਲਮਾਂ ਹੁੰਦੀਆਂ ਨੇ, ਕੁਝ ਰੋਮ-ਕੌਮ ਹੁੰਦੀਆਂ ਨੇ, ਲੇਕਿਨ ਇਸ ਦੇ ਨਾਲ ਹਮੇਸ਼ਾ ਧਿਆਨ ਰੱਖਦੇ ਹੋ ਕਿ ਜਿਹੜੇ ਐਕਚੁਅਲ ਮੁੱਦੇ ਨੇ, ਜਿਹੜੇ ਸੈਂਸਿਟਿਵ ਇਸ਼ੂ ਨੇ, ਉਹਨਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਵੀ ਕੀਤਾ ਜਾਂਦਾ ਹੈ। ਅਰਦਾਸ ਜਾਂ ਅਰਦਾਸ ਕਰਾਂ ਉਹ ਫਿਲਮਾਂ ਨੇ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦਾ ਇੱਕ ਦੌਰ ਬਦਲ ਦਿੱਤਾ ਹੈ। ਐਂਡ ਦੈਨ ਮਾਂ, ਹਮੇਸ਼ਾ ਅਸੀਂ ਦੇਖਦੇ ਹਾਂ ਕਿ ਮਾਂ ਦਾ ਕਿਰਦਾਰ ਸਾਨੂੰ ਫਿਲਮਾਂ ਦੇ ਵਿੱਚ ਵੇਖਣ ਨੂੰ ਮਿਲਦਾ, ਲੇਕਿਨ ਉਹ ਕਿਰਦਾਰ ਕਿਤੇ ਲੁਕ ਜਾਂਦਾ ਹੈ। ਇੱਕ ਮਾਂ ਦੇ ਕਿਰਦਾਰ ਤੇ ਪੂਰੀ ਫਿਲਮ ਤੁਸੀਂ ਬਣਾਈ ਹੈ। ਸੋ ਕਿਸ ਤਰ੍ਹਾਂ ਇਸ ਥਾਟ ਦੀ ਸ਼ੁਰੂਆਤ ਹੋਈ ਤੇ ਕਿਸ ਤਰ੍ਹਾਂ ਪ੍ਰੋਸੈਸ ਰਿਹਾ, ਪਲੀਜ਼ ਸ਼ੇਅਰ ਵਿਦ ਅਸ। ਸਤਿ ਸ਼੍ਰੀ ਅਕਾਲ ਜੀ, ਮੈਂ ਤਾਂ ਸਾਰਿਆਂ ਨੂੰ ਜਿੰਨਾ ਕਹਿ ਰਿਹਾ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੁਸੀਂ ਇੱਥੇ ਮਾਂ ਜਿਹੜੀ ਫਿਲਮ ਹੈ ਜੀ ਸਾਡੀ, ਇਹ ਬਹੁਤ ਟਾਈਮ ਤੋਂ ਪਲਾਨ ਕਰ ਰਹੇ ਸੀ ਅਸੀਂ। ਪਹਿਲੀ ਫਿਲਮ ਸੀਗੀ ਹੰਬਲ ਮੋਸ਼ਨ ਪਿਕਚਰ ਦੀ, ਐਕਚੁਅਲੀ ਜਿਹੜੀ ਅਸੀਂ ਬਣਾਉਣੀ ਚਾਹੁੰਦੇ ਸੀ ਉਹ ਮਾਂ ਸੀ। ਮੈਂ ਕਹਾਣੀ ਜਦੋਂ ਮੈਂ ਸੋਚਿਆ ਕਿ ਤੇ ਰਾਣੇ ਬਾਈ ਨੂੰ ਕਿਹਾ ਕਿ ਬਾਈ ਇਸ ਸਬਜੈਕਟ ਦੇ ਉੱਤੇ ਕੁਝ ਲਿਖੋ, ਤੇ ਉਹਨਾਂ ਨੇ ਸ਼ੁਰੂ ਕੀਤਾ। ਇਨ ਬਿਟਵੀਨ ਅਸੀਂ ਅਰਦਾਸ ਲਿਖ ਲਈ ਤੇ ਅਰਦਾਸ ਬਣ ਗਈ, ਪਹਿਲਾਂ ਮੰਜੇ ਬਿਸਤਰੇ ਆ ਗਈ। ਸਬਜੈਕਟ ਐਡਾ ਵੱਡਾ ਸੀਗਾ ਕਿ ਟਾਈਮ ਲੱਗਦਾ ਗਿਆ। ਉਸ ਤੋਂ ਬਾਅਦ ਜਦੋਂ ਫਿਲਮ ਰੈਡੀ ਹੋਈ ਤਾਂ ਕਾਸਟਿੰਗ ਦਾ ਰੌਲਾ ਪੈਣ ਲੱਗ ਗਿਆ ਕਿ ਯਾਰ ਮਾਂ ਜਿਹੜਾ ਮੇਨ ਕਿਰਦਾਰ ਹੈ ਉਹ ਪਲੇ ਕੌਣ ਕਰੂ। ਉਸ ਵੇਲੇ ਸੱਚੀ, ਕਿਉਂਕਿ ਦਿਵਿਆ ਜੀ ਨੇ ਬਹੁਤ ਟਾਈਮ ਤੋਂ ਪੰਜਾਬੀ ਕੋਈ ਫਿਲਮ ਨਹੀਂ ਸੀ ਕੀਤੀ, ਸਾਡੇ ਇਮੀਡੀਏਟ ਦਿਮਾਗ 'ਚ ਨਹੀਂ ਆਇਆ। ਤੇ ਜਦੋਂ ਆਇਆ ਫਿਰ ਇਹਨਾਂ ਨੂੰ ਮਨਾਉਣਾ ਪਿਆ। ਹੁਣ ਜਦੋਂ ਬਣ ਗਏ ਤੇ ਫਾਈਨਲੀ ਇਹ ਸਬਜੈਕਟ ਬਣਿਆ ਵਾ। ਮੈਂ ਸੱਚੀ ਕਹਿਣਾ ਕਿ ਮੈਨੂੰ ਇੱਦਾਂ ਲੱਗਦਾ ਕਿ ਸਾਡੀ ਹੰਬਲ ਮੋਸ਼ਨ ਪਿਕਚਰ ਦੀ ਸਭ ਤੋਂ ਵਧੀਆ ਫਿਲਮ ਹੋਊਗੀ। ਬਹੁਤ ਮਿਹਨਤ ਕੀਤੀ ਹੈ ਪੂਰੀ ਟੀਮ ਨੇ, ਜਿਹਦਾ ਕਿਸੇ ਦੇ ਚਾਹੇ ਘੱਟ ਸੀਨ ਨੇ ਚਾਹੇ ਵੱਧ ਸੀਨ ਨੇ, ਹਰ ਰੋਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਫਿਲਮ ਦੇ ਵਿੱਚ। ਕੋਈ ਵੀ ਕਰੈਕਟਰ ਵੇਸਟ ਨਹੀਂ ਹੋਇਆ ਹੈਗਾ। ਸੋ ਬਸ ਕਿਉਂ ਤਾਂ ਇੱਕ ਦਿਨ ਰਹਿ ਗਿਆ, ਅੱਜ ਸ਼ਾਮ ਨੂੰ ਤੁਹਾਨੂੰ ਫਿਲਮ ਦਿਖਾ ਦੇਣੀ ਆ ਅਸੀਂ, ਤੁਸੀਂ ਦੇਖਿਓ, ਬਾਕੀ ਤੁਸੀਂ ਦੇਖ ਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗੀ, ਆਪਣੇ ਫੀਡਬੈਕ ਦਿਓ ਜੀ। ਥੈਂਕ ਯੂ ਸੋ ਮਚ। ਥੈਂਕ ਯੂ। ਤੇ ਦਿਵਿਆ ਦੱਤਾ ਮੈਮ, ਥੈਂਕ ਯੂ, ਤੁਸੀਂ ਇਸ ਪ੍ਰੋਜੈਕਟ ਲਈ ਹਾਂ ਕਰ ਦਿੱਤੀ, ਬਿਕੋਜ਼ ਜਿੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਹ ਰੋਲ ਪਲੇ ਕੀਤਾ ਹੈ, ਲੱਗਦਾ ਨਹੀਂ ਕਿ ਮਤਲਬ ਇੰਨੇ ਸੋਹਣੇ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਮਾਂ ਦੀ ਮਮਤਾ, ਮਾਂ ਦੇ ਕਿਰਦਾਰ, ਮਾਂ ਦਾ ਉਹ ਰੋਹ, ਮਾਂ ਦਾ ਗੁੱਸਾ, ਪਿਆਰ, ਇੰਨੇ ਵੇਰੀਏਸ਼ਨ ਸਾਨੂੰ ਕਿਤੇ ਵੇਖਣ ਨੂੰ ਮਿਲਦੇ। ਐਂਡ ਵਾਂਸ ਅਗੇਨ ਵੈਲਕਮ ਬੈਕ ਟੂ ਪੰਜਾਬੀ ਇੰਡਸਟਰੀ। ਉਮੀਦ ਕਰਦੇ ਹਾਂ ਕਿ ਹੋਰ ਵੀ ਪ੍ਰੋਜੈਕਟਸ ਦੇਖਣ ਨੂੰ ਮਿਲਣਗੇ। ਉਹ ਤਾਂ ਕਿ ਸਰ ਨੇ ਕਰ ਦਿੱਤੇ ਹੋਣਗੇ। ਓਕੇ, ਸੋ ਟਾਕਿੰਗ ਅਬਾਊਟ ਦ ਫਿਲਮ, ਮੈਂ ਦੇਖ ਰਹੀ ਸੀ ਕਿ ਜਦੋਂ ਤੁਸੀਂ ਟ੍ਰੇਲਰ ਤੇ ਗਾਣੇ ਵੇਖ ਰਹੇ ਸੀ ਤਾਂ ਇੱਕ ਇਮੋਸ਼ਨਸ ਦੀ ਰੋਲਰ ਕੋਸਟਰ ਰਾਈਡ ਚੱਲ ਰਹੀ ਸੀ ਅੰਦਰ। ਅਲੱਗ-ਅਲੱਗ ਤਰ੍ਹਾਂ ਦੇ ਇਮੋਸ਼ਨ ਫੀਲ ਹੋ ਰਹੇ ਸੀ, ਬਿਕੋਜ਼ ਆਬਵੀਅਸਲੀ ਤੁਸੀਂ ਜੋ ਸ਼ੂਟ ਕੀਤਾ ਹੋਵੇਗਾ ਤਾਂ ਕੁਝ ਹਾਸੇ ਵਾਲੇ ਪਲ ਰਹੇ ਹੋਣੇ, ਕੁਝ ਇਮੋਸ਼ਨਲ ਮੂਮੈਂਟਸ ਰਹੇ ਹੋਣੇ। ਸੋ ਪਲੀਜ਼ ਆਪਣਾ ਸ਼ੂਟਿੰਗ ਐਕਸਪੀਰੀਅੰਸ ਆਪਣੇ ਨਾਲ ਸ਼ੇਅਰ ਕਰੋ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਮੇਰੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਪੂਰੀ ਕਾਸਟ ਨਾਲ ਅੱਜ ਅਸੀਂ ਇਕੱਠਿਆਂ ਬੈਠੇ ਹਾਂ ਤੇ ਇਹ ਖਾਸ ਦਿਨ ਬਹੁਤ ਸਾਰਿਆਂ ਨਾਲ ਤੁਹਾਡਿਆਂ ਨਾਲ ਸਾਂਝੇ ਕਰ ਰਹੇ ਹਾਂ। ਯੈਸ, ਮੈਂ ਬਹੁਤ ਟਾਈਮ ਦੇ ਬਾਅਦ ਪੰਜਾਬੀ ਫਿਲਮਾਂ 'ਚ ਆਈ ਹਾਂ ਅਤੇ ਮੈਂ ਬਹੁਤ ਖੁਸ਼ ਹਾਂ ਕਿ ਇਸ ਫਿਲਮ ਰਾਹੀਂ ਆਈ ਹਾਂ। ਇਸ ਤੋਂ ਜ਼ਿਆਦਾ ਪਿਆਰੀ, ਖੂਬਸੂਰਤ ਵੱਡੀ ਫਿਲਮ ਨਹੀਂ ਹੋ ਸਕਦੀ ਸੀ। ਸੋ ਆਈ ਹੈਵ ਟੂ ਥੈਂਕ ਗਿੱਪੀ ਜਿਨ੍ਹਾਂ ਨੇ ਸਟੋਰੀ ਸੁਣਾਈ ਇਸ ਇੰਨੀ ਖੂਬਸੂਰਤੀ ਨਾਲ। ਪਰ ਅੱਜ ਜਦ ਮੈਂ ਦੇਖ ਰਹੀ ਹਾਂ ਸਾਰੇ ਗਾਣੇ ਇਕੱਠਿਆਂ, ਸਾਰੀ ਕਾਸਟ ਨਾਲ, ਸਾਰੀ ਪ੍ਰੈਸ ਨਾਲ, ਉਹਦਾ ਹਲੇ ਹੈਂਗਓਵਰ ਹੈਗਾ ਮੇਰਾ। ਸੋ ਆਈ ਡੋਂਟ ਨੋ ਹਾਊ ਮਚ ਆਈ ਕੈਨ ਟਾਕ ਰਾਈਟ ਨਾਓ, ਬਟ ਮੈਨੂੰ ਲੱਗਦਾ ਹੈ ਸਭ ਤੋਂ ਵੱਡੀ ਗਿਫਟ ਕਮਿੰਗ ਫਰੋਮ ਹੰਬਲ ਮੋਸ਼ਨ ਪਿਕਚਰਸ ਇਸ ਮਦਰਸ ਡੇ 'ਤੇ ਸਾਰੇ ਬੱਚਿਆਂ ਨੂੰ, ਸਾਰੇ ਮਾਪਿਆਂ ਨੂੰ ਹੈਗੀ ਹੈ। ਐਂਡ ਮੈਂ ਬਹੁਤ ਖੁਸ਼ ਹਾਂ ਕਿ ਇਸ ਦਾ ਇੱਕ ਅਹਿਮ ਹਿੱਸਾ ਬਣ ਸਕੀ।
तहे दिलों शुक्रिया मेरी बहुत ही प्यारी टीम को एक एक बंदे नाल मतलब मैं बहुत बहुत प्यार नाल इन्हां सारिਆਂ ने मैनूं इन्ना प्यार दिता ना निगाहपन दिता दैट आई एक्चुअली एम फीलिंग सो गुड कि वापस फैमिली ਨੂੰ मिली आके सो आई एम राइट नाउ वेरी इमोशनल बात सवालों के जवाब देनी है मैं थैंक यू या आई कैन टोटली अंडरस्टैंड क्योंकि यार जो 5-7 मिनट ਦਾ ट्रेलर गाने देखे ने मैंने खुद ਨੂੰ थोड़े ਜਿਹੇ ਗੁੱਸਾ फील हो रहे हैं मम्मी लग रहा घरे जाके मम्मी किस किस करती सॉरी बोलनी है मैं याद कर लूं ओके सो गुरप्रीत कुकी जी सर ऑब्वियसली ਤੁਸੀਂ ਫਿਲਮਾਂ ਦੇ ਵਿੱਚ ਕਿਹੜੇ ਕਿਰਦਾਰਾਂ ਦੇ ਵਿੱਚ ਨਜ਼ਰ ਆ ਰਹੇ ਹੋ ਉਹ ਤਾਂ ਅਸੀਂ ਹੁਣ ਕਾਊਂਟ ਕਰਨਾ ਛੱਡ ਦਿੱਤਾ ਹੈ ਕਿਉਂਕਿ ਕਦੀ ਤੁਸੀਂ ਹਸਾਉਂਦੇ ਹੋ ਕਦੀ ਰੁਲਾਉਂਦੇ ਹੋ ਕਦੀ ਯੂ نو ਤੁਹਾਡੇ ਕਿਰਦਾਰ ਤੇ ਕਿ ਗੁੱਸਾ ਆਉਂਦਾ ਹੈ ਕਿ ਆਏ ਐਡਾ ਭੈੜਾ ਬੰਦਾ ਵੀ ਹੋ ਸਕਦਾ ਹਰ ਤਰ੍ਹਾਂ ਦੇ ਕਿਰਦਾਰ ਤੁਸੀਂ ਇੰਨੇ ਪਰਫੈਕਟਲੀ ਪਲੇ ਕਰਦੇ ਹੋ ਕਿ ਮਤਲਬ ਬਹੁਤ ਔਖਾ ਹੋ ਜਾਂਦਾ ਹੈ ਦੇਖਣਾ ਕਿ ਇਸ ਕਿਰਦਾਰ 'ਚ ਇੰਨੀ ਵੇਰੀਏਸ਼ਨ ਵੀ ਆ ਸਕਦੀ ਹੈ ਸੋ ਅਗੇਨ ਟਾਕਿੰਗ ਟੂ ਦਾ ਮਾਫ ਫਿਲਮ ਇਸ ਫਿਲਮ ਦੇ ਵਿੱਚ ਵੀ ਹਾਲਾਂਕਿ ਫਿਲਮ ਦੀ ਟ੍ਰੇਲਰ ਵੇਖ ਕੇ ਪਤਾ ਲੱਗ ਰਿਹਾ ਕਿ ਫਸਟ ਹਾਫ ਦੇ ਵਿੱਚ ਹੀ ਜਾਂ ਫਿਲਮ ਦੇ ਘੱਟ ਹਿੱਸੇ ਦੇ ਵਿੱਚ ਤੁਹਾਡੇ ਕਿਰਦਾਰ ਵੇਖਣ ਨੂੰ ਮਿਲੇਗਾ ਲੇਕਿਨ ਉਸ ਦੇ ਨਾਲ ਪਿਆਰਿੰਗ ਇਸ ਤਰ੍ਹਾਂ ਦੀ ਤੇ ਇੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਹ ਕਿਰਦਾਰ ਪਲੇ ਕੀਤਾ ਹੈ ਸੋ ਆਪਣੇ ਕੈਰੈਕਟਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ थैंक यू जी और सारा कुछ माँ बारे आप जितनी दी प्रमोशन शुरू की कही जा रहे हैं पर सानू अज भी लगता है कि असीं माँ नूं डिस्क्राइब कर नहीं पाया जी क्योंकि माँ नूं उहदे रिश्ते नूं उहदे निग नूं उहदी सिक नूं उहदी शिद्दत नूं उहदी मुहब्बत नूं उहदे खलूस नूं शब्दां 'च बंद कर पाना किसी भाषा के वस की गल नहीं किसी जबान माँ की मुहब्बत को बंद नहीं किया जा सकता आसमान जिड्डी होंदी है माँ की परिभाषा ना आसमान नापे जा सकते हैं ना एक गैलेक्सी को नापया जा सकता ना माँ की मुहब्बत को नापया जा सकता पर माँ साडे लिए इन्ना कुछ करती है असीं कर्मां वाले होंगे जो सानू भी मावां लिए कुछ करने का मौका मिलता है तो मैनूं लगता साडी एंटायर टीम का ये सुभाग है ਸਾਡੇ ਲਈ ਬਹੁਤ ਵੱਡੇ ਕਰਮਾਂ ਵਾਲੀ ਗੱਲ ਹੈ ਕਿ ਅਸੀਂ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਅਸੀਂ ਸਾਰੇ ਬ੍ਰੈਡ ਐਂਡ ਬਟਰ ਲਈ ਭੱਜੇ ਫਿਰਦੇ ਹਾਂ ਮਟੀਰੀਅਲਿਸਟਿਕ ਰੇਸ ਦੇ ਵਿੱਚ ਭੱਜੇ ਫਿਰਦੇ ਹਾਂ ਜਦੋਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਸ਼ਾਮ ਨੂੰ ਰੋਜ਼ੀ ਰੋਟੀ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਕੋਈ ਐਸਾ ਨੇਕੀ ਦਾ ਕੰਮ ਵੀ ਹੁੰਦਾ ਜਿਹਦੇ ਨਾਲ ਪੇਟ ਤਾਂ ਰੱਜਦਾ ਹੀ ਰੱਜਦਾ ਪਰ ਰੂਹ ਵੀ ਰੱਜਦੀ ਹੈ ਸਾਡੀ ਰੂਹ ਰੱਜਦੀ ਜਦੋਂ ਇਹੋ ਜਿਹਾ ਕੰਮ ਕਰਦੇ ਹਾਂ ਔਰ ਮੈਨੂੰ ਲੱਗਦਾ ਕਿ ਫਿਲਮਾਂ ਲਗਾਤਾਰ ਕਰੀ ਚਾਹੀਦੀਆਂ ਪਰ ਜਦੋਂ अरदास करा तो या माँ वर्गियां फिल्मां करने का मौका मिलता है तो लगता साल 2 साल बाद किते जियारत करके आए हैं किसी इबादत गाह च गए हैं किते परमात्मा अगे मत्था टेकन का मौका मिले इहो जी फील अंदरों आती है लगता जिवें रूह धोती गई अंदरों निवृत्त होकर दोबारा फिर काम करन योग हुए हैं सो माँ के चरणों च सजदा करती ये फिल्म माँ थैंक्स टू गिप्पी गरेवाल जिहड़े इस तरह के सबजैक्ट्स लैके आउंदे रहिंदे ने और सिनेमा नूं एक नवा आयाम दिता है एक नवा जॉनर दिता है कि इस तरह के इमोशन के नाल भी फिल्मां बननियां चाहिए सो बहुत मज़ा आया और मेरे लिए एक होर खुशी की गल सी कि पहली बार दिव्या जी के आपोजिट काम करना सी उन्हां दे नाल ही पहली बार काम करना सी आपोजिट दा अलग गल है बट ये साडे लिए एक मेरे लिए एक चैलेंज हो जाता है जदों इस तरह के फाइन आर्टिस्ट के नाल काम करना होवे तुहानूं एक्सरसाइज ज़्यादा करनी पैंदी है अगे मैं ला देना बेटे सारे भाजी वो एक्सरसाइज ज्यादा करनी पैंदी है बेटे करता मेरे यकीन नहीं है कोई बंदा जिन्हें इंडस्ट्री में यकीन नहीं है कबड्डी करता है बिल्कुल सो मैं बेनती सिर्फ ये कर रहा सी कि एक तरह का मैनूं लगता है कि बैक टू द बेसिक्स आउण वाली गल होंदी है ਜਦੋਂ ਇਹੋ ਜਿਹੀ ਵਧੀਆ ਫਿਲਮ 'ਚ ਔਰ ਇਹੋ ਜਿਹੇ ਫਾਈਨ ਆਰਟਿਸਟ ਦੇ ਨਾਲ ਤੁਸੀਂ ਕੰਮ ਕਰਦੇ ਹੋ ਤਾਂ ਬੈਕ ਟੂ ਦਾ ਬੇਸਿਕਸ ਤੁਹਾਨੂੰ ਜਾਣਾ ਪੈਂਦਾ ਕਿਉਂਕਿ ਰੂਟੀਨ 'ਚ ਅਸੀਂ ਕੰਮ ਕਰਦੇ ਮਕੈਨੀਕਲ ਹੋਏ ਹੁੰਦੇ ਆ ਫਿਰ ਤੁਹਾਨੂੰ ਇੱਕ ਐਕਸਪ੍ਰੈਸ਼ਨ ਤੇ ਇੱਕ ਇਮੋਸ਼ਨ ਤੇ ਕੰਮ ਕਰਨਾ ਪੈਂਦਾ ਮੇਰੇ ਲਈ ਇਹ ਫਿਲਮ ਉਹ ਸੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਰੇ ਇਸ ਫਿਲਮ ਨੂੰ ਇੰਨਾ ਪਿਆਰ ਦੇ ਰਹੇ ਹੋ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਐਕਸਾਈਟਮੈਂਟ ਹੈ ਕਿ ਫਿਲਮ ਨੂੰ ਹਾਈਪ ਦੇਣੀ ਹੈ ਤਾਂ ਕਿ ਇਹ ਫਿਲਮ ਪੰਜਾਬੀ ਇੰਡਸਟਰੀ ਦੀ ਇੱਕ ਬਹੁਤ ਵੱਡੀ ਫਿਲਮ ਹੋਣੀ ਪਵੇ ਬਹੁਤ ਸ਼ੁਕਰੀਆ ਜੀ थैंक यू सो मच वैसे तो आई नो मीडिया के बहुत सारे सवाल होने लेकिन मेरा एक आखिरी सवाल है थोड़ी तीनों तो साडी मम्मियां वैसे तो सानू हर मौके ते ही कोई ना कोई सलाह दिंदियां रहंदियां ने भावें एप्लीकेबल होवे ना एप्लीकेबल होवे लेकिन एक सलाह हमेशा उन्हां दी ऐसी हुंदी है जो असीं अपने नाल लैके तुरदे हां मेरी मम्मी मैनूं हमेशा कहंदी कि पूनम जिंदगी 'ਚ ਉਹ ਕੰਮ कदे नहीं करना जिहदी इजाजत तेरी आत्मा तैनूं ना देवे ते जे तेरी आत्मा ने देती फिर कोई किसी दी परवाह नहीं करनी फिर ना मेरे तो पूछी ना अपने पापा तो पूछी बस काम जी सो ਤੁਹਾਡੀ ਜ਼ਿੰਦਗੀ ਦੇ ਵਿੱਚ ਐਸੀ ਕਿਹੜੀ ਸਲਾਹ ਜੋ ਤੁਹਾਡੀ ਮੰਮੀ ਨੇ ਤੁਹਾਨੂੰ ਦਿੱਤੀ ਹੈ ਤੇ ਤੁਸੀਂ ਹਮੇਸ਼ਾ ਉਹਨੂੰ ਨਾਲ ਲੈ ਕੇ ਚੱਲਦੇ ਹੋ
हमेशा लेके आपको आशीष सो कली मां बहुत सारिया सिचुएशनस टैकल करते हो तो मैं हमेशा मां के दुपट्टे पिछे रहती सी कि इतने सेफ है या गोदी च बह जाती सी कि इतने बहुत सेफ है तो जब भी कोई गर्म हवा होती सी तो मम्मी होंगी सी ना सो ऑलवेज जब मैं इंडस्ट्री भी गई तो कोई सौखा डिसीजन नहीं सीगा बिकॉज सारे चाहते सी कि तू मतलब पढ़े अगे बिकॉज पढ़ाई चंगी सी लेकिन मैं चाहती सी कि मैं एक्टर पढ़ा एक शख्सियत सिर्फ एक बंदी खड़ी सी मेरे नाल कि जे तेरी ए तेरा खाब हैगा तो मैं उधर वो मनती हाँ विद यू तो जब कोई माँ बाप तुहानू यह कह देते हैं कि मैं तेरे सुपनों च बिलीव करती हूँ तो नाल खड़ी है वो बहुत मैटर करता है पर मैनू ना वो कई बार की होता नवे आने हो तुहानू लगता तुसीं बहुत सोहना काम करते हो बट लोगों को तो नहीं पता नवे हो तुसीं राइट सो मैं वेट करती सी कि एक चंगा जहा ब्रेक आवे फिर मैं यह कर दाँगी फिर मैं यह कर दाँगी दैट टुक अ व्हाइल सो शी सेड बेटा एक्सेप्ट लाइफ जिंदगी को जैसे आती है उसे एक्सेप्ट करते हैं और फिर उसे हेड ऑन फेस करते उसे भागते नहीं रहते माँ के पल्लू के पीछे जिंदगी माँ का पल्लू नहीं है तो उसमें से निकल और हाथ पकड़ के धड़ल्ले से सबका सो आई थिंक आज जब मेरी माँ फिजिकली नहीं हैगी वो एडवाइस मैंने हमेशा जब भी कोई सिचुएशन मेरे सामने होती है बहुत हिम्मत दिंदी किपी सर ਤੁਹਾਡੇ ਲਈ ਕੋਈ ਕਿਹੜੀ ਐਡਵਾਈਸ ਸੀ ਜੋ ਤੁਸੀਂ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦੇ ਤੁਹਾਡੀ ਮੰਮਾ ਨੇ ਕੋਈ ਐਸੀ ਐਡਵਾਈਸ एक्चुअली मेरी बारी करता है ਤੁਹਾਡੇ ਚ એનર્ਜੀ ਜ਼ਿਆਦਾ ਹੈ ਮੈਨੂੰ ਇਦਾਂ ਲੱਗਦਾ ਕਿ ਕੋਈ ਵੀ ਬੰਦਾ ਜਦੋਂ ਕਿਸੇ ਮੁਕਾਮ ਤੇ ਪਹੁੰਚਦਾ ਆਪਣੀ ਮਾਂ ਦੀਆਂ ਦੁਆਵਾਂ ਨਾਲ ਹੀ ਪਹੁੰਚਦਾ ਸੋ ਅਸੀਂ ਕੱਲ ਵੀ ਗੱਲ ਕਰਦੇ ਸੀ ਕਿਉਂਕਿ ਅਸੀਂ ਜਮਾਂ ਹੀ ਪਿੰਡ 'ਚ ਰਹੇ ਹਾਂ ਤੇ ਕਿਸੇ ਨੇ ਸੋਫਿਸਟੀਕੇਟਡ ਤਰੀਕੇ ਨਾਲ ਜੁੱਤੀਆਂ ਖਾਧੀਆਂ ਹੁੰਦੀਆਂ ਕਿਸੇ ਨੇ ਦੂਜੇ ਤਰੀਕੇ ਨਾਲ ਸੋ ਮੈਂ ਤਾਂ ਜਦੋਂ ਫਿਲਮ ਦਾ ਥਾਟ ਆਇਆ ਸੀ ਤੇ ਮੈਨੂੰ ਰਾਣੇ ਬਾਈ ਨੇ ਪੁੱਛਿਆ ਕਿ ਬਾਈ ਕਿੱਦਾਂ ਦੀ ਕਹਾਣੀ ਲਿਖਣੀ ਹੈ ਇਹਦੇ 'ਚ ਜਿਹੜਾ ਉਹ ਇੱਕ ਸੀਨ ਹੈ ਉਹ ਅਸੀਂ ਟੀਜ਼ਰ ਕੱਟਿਆ ਸੀ ਜਦੋਂ ਇਹ ਸੰਗੀਤ ਭੱਜਦਾ ਤੇ ਜੁੱਤੀ ਲੈ ਕੇ ਪਿੱਛੇ ਜਾਂਦੇ ਜਦੋਂ ਚੱਪਲ ਚੱਕੀ ਹੋਈ ਆ ਤੇ ਉਹ ਡਿੱਗ ਜਾਂਦਾ ਤੇ ਉਹ ਚੱਪਲੀ ਸਿੱਟ ਕੇ ਭੱਜ ਕੇ ਜਾ ਕੇ ਉਹਨੂੰ ਚੱਕਦੀ ਆ ਐਕਚੁਅਲੀ ਉਹੀ ਉਹਨਾਂ ਹੀ ਲਿਖਿਆ ਸੀ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਮੇਰੇ ਨਾਲ ਬਹੁਤ ਹੁੰਦਾ ਸੀ ਜਦੋਂ ਮੰਮੀ ਮੈਨੂੰ ਕੁੱਟਣ ਕੱਟਣ ਲੱਗਦੇ ਸੀ ਜਾਂ ਕੋਈ ਇਦਾਂ ਦੀ ਮਾੜੀ ਮੋਟੀ ਗੱਲ ਹੁੰਦੀ ਸੀ ਤਾਂ ਅਸੀਂ ਕੋਈ ਹੋਰ ਬਹਾਨਾ ਬਣਾਉਂਦੇ ਮੈਂ ਡਿੱਗ ਪਿਆ ਜਾਂ ਕੁਝ ਹੋ ਗਿਆ ਤਾਂ ਮਾਂ ਸਾਰਾ ਕੁਝ ਭੁੱਲ ਕੇ ਉਧਰ ਲੱਗ ਜਾਂਦੀ ਸੀ ਹੈ ਨਾ ਸੋ ਉਸ ਥਾਟ ਤੋਂ ਬਣਾਈ ਸੀ ਸੋ ਮੈਨੂੰ ਲੱਗਦਾ ਕਿ ਅੱਜ ਜਿੱਥੇ ਤੱਕ ਵੀ ਪਹੁੰਚੇ ਸਾਰੀਆਂ ਮਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੇ ਸੋ ਮਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨਾਲ ਇੱਥੇ ਤੱਕ ਪਹੁੰਚੇ ਕਿਉਂਕਿ ਸਰ ਤੁਹਾਡੇ ਕੋਲ ਸੇਮ ਕੁਐਸਚਨ ਹੈ ਕੋਈ ਐਸੀ ਐਡਵਾਈਸ ਜੋ ਤੁਸੀਂ ਹਮੇਸ਼ਾ ਨਾਲ ਲੈ ਕੇ ਚੱਲਦੇ देखो जी एडवाइस है ना जी ये तो अंग्रेज देते हैं hey son I have advice for you साडियां मावां ते चंडदियां ने ग्रूमिंग करदियां ने रोज फंड के चंड के और साडे तो जमदे ने बचपन च इक्को गल सुनी हुंदी मां प्यो कोलों कि रंबा ते मुंडा जिन्ने चंडो उन्ने ठीक रहिंदे ने सो साडी तां ग्रूमिंग करदे ने पर जे मैं अज मां दीयां गल्लां दा क्रक्स कड्डां क्योंकि मां ने तां कोल बैठ के कदी नहीं एडवाइस कीता तैनूं सलाह देण लगी हां पर जे क्रक्स मैं सारी गल का देखदा तो ये है कि माँ ने जिंदगी एक तो ये चीज़ सिखाई कि मेहनत अनथक करनी है मेहनत तो बाद कदे पिछे मुड़ के अच्छा इन्ना भज लिया मैं इन्ना कर आया नहीं अगे देखना भी होर की करने वाला पिया ये मेरी माँ की मेरे प्यो की सिक्ख्या मैनू और दूजा जी मैनू लगता है कि बहुत वड्डी एक मैनू माँ तो चीज़ मिली है अपने माँ प्यो तो कि झूठ कदे नहीं बोलना सच की किन्नी भी कीमत तारनी पै जाए सच ही सच होंदा है झूठ की कोई ना तो उम्र होंदी है ना वो पैर होंदे ने वो चीज़ जिंदगी बहुत काम आई है मैं बहुत लेबर करते देखा अपनी माँ को भी अपने प्यो को भी तो मैनू इन्ना कुछ करने तो बाद अजे भी लगता है कि जिन्नी उन्होंने मेहनत कर ली उन्नी मैं अजे तक कर नहीं सकिया सो जी मेहनत का गुण मेरे माँ ने दिता है वो मेरे लिए सब तो वड्डी मैं समझदा एडवाइस की तरह है Okay, so I know ਤੁਹਾਡੇ ਸਾਹਮਣੇ ਬਹੁਤ ਸਾਰੇ ਸਵਾਲ ਹੋਣੇ we are opening for the media questions ਜਿਨ੍ਹਾਂ ਦੇ ਸਵਾਲ ਨੇ ਪੁੱਛ ਸਕਦੇ ਨੇ ਸਾਡੀ ਸਟਾਰ ਕਾਸਟ ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੈਂਡੀ ਮੇਰਾ ਨਾਮ ਤੇ ਬਹੁਤ ਅੱਛੀ ਤਰ੍ਹਾਂ ਤੁਸੀਂ ਬਹੁਤ ਅੱਛੇ ਟੌਪਿਕਸ ਲੈ ਕੇ ਆਏ ਹੋ ਹੰਬਲ ਓਸ਼ਨ ਨੇ ਆਪਣੇ ਆਪ ਨੂੰ ਸਿੱਧ ਕੀਤਾ ਪਹਿਲੇ ਗੱਲ ਤਾਂ ਥੈਂਕ ਯੂ ਸੋ ਮਚ ਸਰ ਤੇ ਦਿਵਿਆਨੰਦ ਤੋਂ ਮੇਰਾ ਸਵਾਲ ਹੈ ਨਾ ਮੈਂ ਬਾਲੀਵੁੱਡ ਤੋਂ ਹਿੰਦੀ ਫਿਲਮਾਂ ਦੀ ਸ਼ੁਰੂਆਤ ਹੋ ਗਈ बड़े क्यूट जे तो ਹੁੰਦੇ ਸੀ ਸਪੈਸ਼ਲ ਉਸ ਟਾਈਮ ਤੇ ਬਾਲੀਵੁੱਡ ਦੀ ਹਿੰਦੀ ਫਿਲਮਾਂ ਤੋਂ ਅੱਜ ਤੁਸੀਂ ਮਦਰ ਲੱਗ ਨਹੀਂ ਰਹੇ ਤਾਂ
ਅੱਜ ਵੀ ਤੁਸੀਂ ਬਦਲ ਨਹੀਂ ਲੱਗੇ ਭਾਜੀ ਪਹਿਲਾਂ ਬਹੁਤ ਔਖਾ ਬਣਾਇਆ ਸੀ ਇਹਨਾਂ ਨੂੰ ਮੈਂ, ਤੁਸੀਂ ਐ ਨਾ ਕਹੋ, ਤੁਸੀਂ ਕਹੋ ਵੀ ਬਹੁਤ ਘੈਂਟ ਰੋਲ ਜਿਹੜਾ ਇਹਨਾਂ ਨੇ ਕੀਤਾ ਉਹ ਕੋਈ ਨਹੀਂ ਕਰ ਸਕਦਾ ਇਹ बस वही मैं कह रहा कि मदर मेरा क्वेश्चन है ये है कि मदर इंडिया प्ले करके मतलब तो ऑकर ਦਾ ਹੀ ਨਾ ऑकर डिफिकल्टी आई हुई है ਜਿੰਦਾ ਨਾਂ ਤੋਂ ਉਹਨਾਂ ਮੇਰੇ ਕੋਲ ਦਾਦੀ ਮਾਂ ਸਾਈਨ ਕਰਾਈ ਹੋਈ ਹੈ। ਮੈਂ ਜਦੋਂ ਇਹਨਾਂ ਨੂੰ ਫਿਲਮ ਸੁਣਾਈ ਨਾ ਤਾਂ ਮੈਂ ਇਹਨਾਂ ਨੂੰ ਇਹ ਕਿਹਾ ਵੀ ਮੈਨੂੰ ਦਿਵਿਆ ਜੀ ਨਹੀਂ ਚਾਹੀਦੇ, ਮੈਨੂੰ ਮਨਜੀਤ ਕੌਰ ਚਾਹੀਦੀ ਹੈ। ਸੋ ਜਿਹੜੀ ਸਾਡੇ ਫਿਲਮ ਦਾ ਜੋ ਕਿਰਦਾਰ ਤੇ ਉਹਦੇ ਆਹਾ ਰੰਗ ਨੇ, ਸੋ ਉਦੋਂ ਸਾਡੀਆਂ ਸਾਰੀਆਂ ਗੱਲਾਂ ਖਤਮ ਹੋ ਗਈਆਂ ਸੀ। ਬਾਕੀ ਦੱਸੋ ਜੀ ਤੁਸੀਂ ਕਿਊਟ ਜਿਹੇ ਜਿਹੜੇ ਉਹਨਾਂ ਨੇ ਇੱਕ ਸਵਾਲ ਪੁੱਛਿਆ ਤੁਸੀਂ ਬੜੇ ਉੱਥੇ ਹਿੰਦੀ ਫਿਲਮਾਂ 'ਚ ਕਿਊਟ ਲੱਗਦੇ ਸੀ, ਇੱਥੇ ਆ ਕੇ ਕੀ ਹੋ ਗਿਆ? नहीं लगते ਪੁੱਛਣ ਦਾ ਮਤਲਬ ਉਹਨਾਂ ਦਾ ਇਹ ਸੀ। नहीं मेरे ये नहीं मेरे सवाल ये थी बहुत टफ होता है कि मदर इंडिया का एक बहुत अच्छी टॉपिक है, इट्स अ वेरी डिफरेंट टॉपिक एंड आई दैट्स व्हाई आई थैंक यू फॉर सो इतना फिल्मों को आनी चाहिए मेरा एक सैंडी ਤੁਹਾਡਾ ਨਾਂ ਹੈ ਨਾ ਜੀ। सैंडी थैंक यू। मेरे ख्याल मेरी कोशिश यही रहती है कि जड़ा भी रोल लिता जाए वो पहला ना किया होवे तो क्यूट इमेज ना शायद मैं बहुत पहला चाहती सी। इट्स बीन अ फ्यू इयर्स ना बट थैंक यू फॉर रिमेंबरिंग इट। आ रोल वाकई बहुत औखा सीगा क्योंकि पहली बार कर रही सी ते 3 वक्रे स्टेज में एक जब ब्याह गई है फिर बच्चे ने फिर एक जब बुढ़ापा होता सो वो मेरे लिए बहुत थोड़ा डिफिकल्ट सी कि बॉडी लैंग्वेज जिस तरह तुसी गल करते हो एवरीथिंग इवन हाउ यू वॉक हर कुछ बदल जाता रहता है। मैंने याद है एक बार किसी थिएटर एक्टर नाल थिएटर डायरैक्टर बहुत बड़े दिग्गज ने बॉम्बे उन्होंने नाल कुछ वर्कशॉप कर रही सी एवं फन मस्ती नाल ते वो कहते पिट कर लिया अपने। मैं क्या पिट नाल की एक्टिंग कराओगे तो ही सेड बैठ एक्टिंग कर पिट तो दिखा तो मैं दसांगा कि की कह रही है। सो दैट डे आई रियलाइज्ड कि बॉडी लैंग्वेज कितनी मैटर करती है बिकॉज हर तुसी जड़ा कुछ भी हौला जा भी करते हो वो पता चलता है। नाले आई थिंक द मैजिक ऑफ द कॉस्ट्यूम जब तुसी पाने हो जब चिट्टे वाल कर लेने हो अपने आप को शीशे च वेखते हो फिर दिव्या नहीं रहती होती वो जी एप्रीहेंशनस घबराहटा सीगियां मैनूं पहलां वो सारियां किते रह गईयां क्योंकि रोल इन्ना सोहना सी फिल्म इन्नी सोहनी सी तो मैं लगता बहुत खूबसूरती नाल वो फ्लैशबैक्स च भी डिवाइडेड है तो बुढ़ापे च भी डिवाइडेड है एंड आई थिंक इट्स अ वेरी कंप्लीट रोल तो करके वाकई बहुत बहुत एज एन एक्टर बहुत चंगा लगा सो थैंक यू। मेरा लास्ट क्वेश्चन है एक्चुअली मैं हो ज़्यादा समझ रहा हूँ मैं जब ट्रेलर देख रही थी तुम बहुत ज़्यादा रो रही थी इन्ना ज़्यादा मतलब मैं किसी और एक्टर को नहीं देखा उस टाइम इमोशनल सारे सी असं आप किसी को बहुत सत श्री अकाल सारिਆਂ ਨੂੰ। ਪਹਿਲਾਂ ਤਾਂ ਮੈਨੂੰ ਪ੍ਰਾਊਡ ਹੈ ਕਿ ਮੈਂ ਇੱਕ ਮਾਂ ਹਾਂ। ਫਿਰ ਮੁਬਾਰਕਬਾਦ ਪ੍ਰਮੋਸ਼ਨ ਪਿਕਚਰ ਕਿ ਮੈਂ ਇੰਟਰਵਿਊ ਸੁਣ ਰਹੀ ਸੀ ਗਿੱਪੀ ਦੀ ਉਹਦੇ ਵਿੱਚ ਇੱਕ ਸ਼ਬਦ ਸੀ ਕਿ ਜਿੱਥੇ ਰੱਬ ਨਹੀਂ ਪਹੁੰਚਦਾ ਉੱਥੇ ਮਾਂ ਪਹੁੰਚਦੀ ਤੇ ਮੈਨੂੰ ਇਹ ਲੱਗਿਆ ਕਿ ਇਹ ਸਬਜੈਕਟ ਚੁਣ ਕੇ ਆਪਣੇ ਆਪ ਨੂੰ ਮੈਂ ਬੜਭਾਗੀ ਸਮਝਦੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ ਅਰਦਾਸ ਕਰਾਂ ਤੇ ਮਾਂ ਤੇ ਮੈਨੂੰ ਇਹ ਲੱਗਿਆ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਨੂੰ ਇਹ ਮੌਕਾ ਮਿਲ ਗਿਆ ਤੇ ਮੈਂ ਉੱਥੇ ਜਦੋਂ ਦੇਖ ਰਹੀ ਸੀ ਕਿ ਦਿਵਿਆ ਜੀ ਨੂੰ ਜਦੋਂ ਮੈਂ ਲੇਟ ਆਈ ਹਾਂ ਇੰਡਸਟਰੀ ਦੇ ਵਿੱਚ ਕਿਉਂਕਿ ਮੈਂ ਥੀਏਟਰ ਹੀ ਕਰਦੀ ਸੀ ਤੇ ਜਦੋਂ ਮੈਂ ਦੇਖ ਰਹੀ ਸੀ ਤੇ ਮੈਨੂੰ ਐਂ ਲੱਗਦਾ ਸੀ ਕਿ ਗੁਰਪ੍ਰੀਤ ਤੂੰ ਜ਼ੀਰੋ ਹੈ ਸਿੱਖ ਇੱਥੋਂ ਸਿੱਖ ਪਰ ਫਿਰ ਵੀ ਮੈਨੂੰ ਇਹ ਵੀ ਫੀਲ ਹੋ ਰਿਹਾ ਸੀ ਕਿ ਕਿਉਂਕਿ ਗੁਰਪ੍ਰੀਤ ਘੁੱਗੀ ਹੋਣਾ ਨਾ ਗਿੱਪੀ ਹੋਣਾ ਨਾ ਪਹਿਲਾਂ ਮੈਂ ਕੰਮ ਕੀਤਾ ਸੈੱਟ ਤੇ ਜਿੰਨਾ ਕੋਆਪਰੇਸ਼ਨ ਜਾਂ ਹੋਰ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਇਹੋ ਜਿਹਾ ਸਬਜੈਕਟ ਚੱਕਿਆ ਗਿਆ ਜਿਹੜਾ ਮੈਨੂੰ ਇਹ ਲੱਗਦਾ ਕਿ ਇਹ ਛੂਹਿਆ ਨਹੀਂ ਗਿਆ ਇਹ ਸ਼ੂ ਹੋ ਗਿਆ ਹੁਣ ਸਾਰਾ ਤੁਹਾਡੇ ਤੇ ਹੈ ਬਸ ਉਹ ਥੋੜਾ ਇਮੋਸ਼ਨਲ ਹੋ ਗਈ ਸੀ ਗੀਤ ਵੀ ਇੱਦਾਂ ਦੇ ਸੀ ਤੇ ਆਪਣਾ ਜਦੋਂ ਮੈਂ ਆਪਣੀ ਮਾਂ ਦੇ ਰੂਪ ਵਿੱਚ ਆਪਣੀ ਮਾਂ ਨੂੰ ਦੇਖਦੀ ਸੀ ਤੇ ਮੈਂ ਇੱਕ ਮਾਂ ਜਦੋਂ ਉਹ ਦੇਖਦੀ ਸੀ ਵੀ ਕਿਹੋ ਜਿਹੀਆਂ ਫੀਲਿੰਗ ਨੇ ਬਸ ਥੋੜਾ ਹੋ ਗਈ ਇਮੋਸ਼ਨਲ ਅੱਖਾਂ 'ਚੋਂ ਪਾਣੀ ਆ ਗਿਆ ਪਰ ਫਿਰ ਵੀ ਗ੍ਰੇਟ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਸਾਤੋਂ ਕਰਵਾਇਆ ਮਾਣ ਮਹਿਸੂਸ ਕਰਦੇ ਹਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ। Another question? Anyone else? ਬਲਜੀਤ ਮੇਰਾ ਨਾਮ ਹੈ ਦਿਵਿਆ ਜੀ ਤੁਹਾਡੇ ਲਈ ਸਵਾਲ ਹੈ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਤੁਹਾਡੀ ਜ਼ਿੰਦਗੀ ਦਾ ਇੱਕ ਬਿਹਤਰੀਨ ਕਿਰਦਾਰ ਹੈ ਕਿ ਡ੍ਰੀਮ ਰੋਲ ਦੀ ਤਮੰਨਾ ਪੂਰੀ ਹੋਊਗੀ ਉਹ ਜੇ ਤੁਸੀਂ ਗ੍ਰੀਡੀ ਐਕਟਰ ਨੂੰ ਕਹੋਗੇ ਕਿ ਡ੍ਰੀਮ ਰੋਲ ਹੋ ਗਿਆ ਤਾਂ ਫਿਰ ਉੱਥੇ ਹੀ ਮੁੱਕ ਜਾਣਾ ਆਈ ਥਿੰਕ ਇਹ ਮੇਰੇ ਲਈ ਵਨ ਆਫ ਦ ਫਾਈਨੈਸਟ ਰੋਲਸ ਆਈਵ ਡਨ ਯੈਸ a complete role ਕਿਸੇ ਵੀ ਐਕਟਰ ਲਈ ਇੰਨੇ ਵਰਿਆਂ ਦੀ ਜਰਨੀ ਪੂਰੀ ਕਰਨਾ ਦਿਖਾਉਣਾ is beautifully
चैलेंजिंग है, बहुत खूबसूरत फिल्म है जी। यस इट इज़ वन ऑफ माई बेस्ट रोल्स 100%। पर जो मैं कहा सारा कुछ कर लिया, हूँ अगे की करना वो नहीं होना, हाले तो मैं होर देखते हैं होर की लैके आते हैं। सो थैंक यू। माय नेम इज स्वरण। मेरा क्वेश्चन है बबल राय, कितना कंपटीशन लगे वाइल डूइंग शूटिंग विद गिप्पी गुरप्रीत सर ते दिव्या दत्ता लगे नहीं कि अन्य बड़े बड़े स्टार कास्ट है और मैं अपने आप को अपनी प्रेजेंस दिखानी है, इट वाज डिफिकल्ट और आरामदायक हो गया। ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਹੀਂ ਮੇਰੇ ਪਰਿਵਾਰਾਂ ਸੀ ਸਾਰੇ ਤੇ ਆਪਣੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਹੈ, ਸਾਰੇ ਵੱਡੇ ਇਹਨਾਂ ਤੋਂ ਬਹੁਤ ਸਿੱਖਣ ਨੂੰ ਮਿਲਿਆ। ਥੋੜਾ ਪ੍ਰੈਸ਼ਰ ਜ਼ਰੂਰ ਸੀਗਾ, ਖਾਸ ਕਰਕੇ ਦਿव्या ਮੈਮ ਨਾਲ ਜਦੋਂ ਮੇਰਾ ਪਹਿਲਾ ਸੀਨ ਸੀਗਾ ਉਹ ਥੋੜਾ ਡਰਿਆ ਸੀਗਾ, ਪਰ ਵੱਡਿਆਂ ਦਾ ਵੱਡਾ ਪਰ ਇਹੀ ਹੁੰਦਾ ਕਿ ਉਹ ਕਦੇ ਵੀ ਆਪ ਤੋਂ ਛੋਟਿਆਂ ਨੂੰ ਨਵਿਆਂ ਨੂੰ ਇਹ ਫੀਲ ਨਹੀਂ ਹੋਣ ਦਿੰਦੇ ਵੀ ਤੁਸੀਂ ਨਵੇਂ ਹੋ ਛੋਟੇ ਹੋ। ਸੋ ਇੱਦਾਂ ਦੀ ਕੋਈ ਗੱਲ ਨਹੀਂ ਸੀ, ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਫਿਲਮ ਲਈ। ਮੇਰੇ ਹਿੱਸੇ ਬਹੁਤ ਅਹਿਮ ਕਿਰਦਾਰ ਆਇਆ ਤਕਦੀਰ ਦਾ, ਉਹਦੇ ਲਈ ਮੈਨੂੰ ਵੀ ਕਾਫੀ ਮਿਹਨਤ ਕਰਨੀ ਪਈ, ਪਰ ਹੁਣ ਸਾਰੇ ਸੀਨੀਅਰ ਜਦੋਂ ਅਪਰੀਸ਼ੀਏਟ ਕਰਦੇ ਤਾਂ ਵਧੀਆ ਲੱਗਦਾ। ਥੈਂਕ ਯੂ। मेरा सवाल एक गिप्पी भाजी नाल है। भाजी तुसी कलाकार और एक गायक भी है हो, इस फिल्म से ਤੁਹਾਡਾ कोई अपना गाया हुआ गाना भी है? नहीं जी, अगर नहीं है तो क्यों है? मेरे करैक्टर ਦੇ ਨਾਲ ਕੋਈ ਗਾਣਾ ਜਾਂਦਾ ਨਹੀਂ ਸੀ ਔਰ ਮੈਂ ਤੁਸੀਂ ਦੇਖਿਆ ਹੋਣਾ ਕਿਉਂਕਿ ਜਦੋਂ ਤੋਂ ਮੈਂ ਫਿਲਮਾਂ ਸ਼ੁਰੂ ਕੀਤੀਆਂ ਨੇ ਪਹਿਲੀ ਫਿਲਮ ਜਿਹੜੀ ਮੈਂ ਐਜ਼ ਅ ਪ੍ਰੋਡਿਊਸਰ ਕੀਤੀ ਸੀ ਉਹ ਕੈਰੀ ਔਨ ਜੱਟਾ ਸੀ, ਤੇ ਜੇ ਮੈਂ ਇਹ ਸੋਚ ਕੇ ਫਿਲਮ ਬਣਾਉਂਦਾ ਵੀ ਮੇਰਾ ਸਾਰਾ ਕੁਝ ਹੋਣਾ ਚਾਹੀਦਾ ਤਾਂ ਕੈਰੀ ਔਨ ਜੱਟਾ ਦੇ ਵਿੱਚ ਘੁੱਗੀ ਭਾਜੀ, ਬੀਨੂ ਢਿੱਲੋਂ ਤੇ ਜਸਵਿੰਦਰ ਭੱਲੇ ਨਾਲੋਂ ਬੈਟਰ ਰੋਲ ਵਗੈਰਾ ਹੋਣਾ ਚਾਹੀਦਾ ਸੀ। ਸੋ ਜਦੋਂ ਅਸੀਂ ਉਹ ਸਕ੍ਰਿਪਟ ਲਿਖੀ, ਘੁੱਗੀ ਭਾਜੀ ਪਾਰਟ ਸੀਗੇ ਸਕ੍ਰਿਪਟ ਤੋਂ ਉਸ ਫਿਲਮ ਦੇ, ਸਾਨੂੰ ਲੱਗਿਆ ਕਿ ਇਹ ਫਿਲਮ ਇੱਦਾਂ ਹੀ ਬਣੂਗੀ ਤਾਂ ਹੀ ਵਧੀਆ ਬਣੂਗੀ। ਸੋ ਮੈਂ ਕਦੇ ਵੀ ਕੋਈ ਚੀਜ਼ ਧੱਕੇ ਨਾਲ ਨਹੀਂ ਬਣਨੀ ਜੀ। ਸੋ ਇਹਦੇ ਵਿੱਚ ਵੀ ਜਿੰਨਾ ਮੇਰਾ ਰੋਲ ਸੀ ਇਹ ਬਹੁਤ ਕਰੈਕਟਰ ਰੋਲ ਹੈ, ਤੇ ਪਰ ਰੋਲ ਜਿੰਨਾ ਵੀ ਹੈ ਮੇਰਾ ਮੈਨੂੰ ਵਧੀਆ ਲੱਗਦਾ। ਮੈਨੂੰ ਐਂ ਲੱਗਦਾ ਕਿ ਈਵਨ ਜਦੋਂ ਮੈਂ ਘੁੱਗੀ ਭਾਜੀ ਨੂੰ ਵੀ ਕਿਹਾ ਵੀ ਘੁੱਗੀ ਭਾਜੀ ਆਹ ਰੋਲ ਕਰਨਾ, ਸਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਸੀ, ਅਸੀਂ ਜਿੰਨੇ ਇੱਥੇ ਬੈਠੇ ਹਾਂ ਹਰ ਬੰਦੇ ਨੂੰ ਪਤਾ ਸੀ ਕਿ ਇਹ ਫਿਲਮ ਹੈ ਜਿਹੜੀ ਇਹ ਦਿव्या ਜੀ ਦੀ ਫਿਲਮ ਹੈ, ਇਹ ਮਾਂ ਦੀ ਫਿਲਮ ਹੈ। ਬਟ ਉਹ ਫਿਲਮ ਬੈਟਰ ਕਿੱਦਾਂ ਬਣ ਸਕਦੀ ਹੈ ਕਿ ਜੇ ਸਾਰੇ ਵਧੀਆ ਐਕਟਰ ਇਕੱਠੇ ਹੋ ਕੇ ਨਾਲ ਸਪੋਰਟ ਕਰਨ ਤੇ ਵਧੀਆ ਤਰੀਕੇ ਨਾਲ ਕੰਮ ਕਰਨ। ਸੋ ਅਸੀਂ ਗਾਣੇ ਵੀ ਜੋ ਜਿਸ ਤਰੀਕੇ ਨਾਲ ਸ਼ੂਟ ਹੁੰਦੇ ਸੀ, ਕੋਈ ਇਹ ਨਹੀਂ ਗਾ ਕਿ ਗਾਣਾ ਇਹਨਾਂ ਦੇ ਉੱਤੇ ਕੋਈ ਅਸੀਂ ਪ੍ਰਮੋਸ਼ਨ ਗਾਣਾ ਪਾਤਾ ਮੇਰਾ, ਸੋ ਨਾ ਮੇਰੇ ਕਰੈਕਟਰ ਨਾਲ ਜਾਂਦਾ ਸੀ ਨਾ ਫਿੱਟ ਹੁੰਦਾ ਸੀ, ਤੇ ਇਸ ਕਰਕੇ ਪਾਇਆ ਨਹੀਂ। ਬਾਕੀ ਪੂਰੀ ਸਟਾਰ ਕਾਸਟ ਨਾਲ ਇੱਕ ਸਵਾਲ ਹੈ ਕਿ ਇਸ ਫਿਲਮ ਦੇ ਵਿੱਚ ਜੋ ਕੋਈ ਚੈਲੰਜ ਤੁਹਾਨੂੰ ਕਿਹਾ ਜਾ ਰਿਹਾ ਸੀ, ਜੋ ਸਭ ਤੋਂ ਵੱਡਾ ਚੈਲੰਜ ਹੈ? मेरे लिए सीखा जी, मेरी जो इमेज बनी हुई बड़ी खतरनाक बनी हुई थी कि मार काट गोलियां चलानिया खून खराबा, तो ये करैक्टर बहुत धरती का जुड़िया आ गया, तो मैं कोशिश की वैसे मुद्दा प्ले कर दी। तो मेरे लिए चैलेंज सिर्फ ये ना लगे कि मैं एक्टिंग कर रहा हूँ, तो मैं करैक्टर को मतलब जिन्हें आम जिंदगी से करतार जो है होता होता है, तो मेरे ख्याल से मैं ठीक किया होगा। ਸਤਿ ਸ਼੍ਰੀ ਅਕਾਲ ਜੀ, ਵਰੁਣ ਦਿਸ ਸਾਈਡ ਫਰਮ BBC ਪੰਜਾਬੀ। ਮੇਰਾ ਅਨਡਾਊਟਡਲੀ ਕੁਐਸਚਨ ਤੁਹਾਡੇ ਲਈ ਹੈ। ਆਈ ਟੇਕ ਯੂ 5 years ਬੈਕ ਜਦੋਂ ਤੁਸੀਂ ਆਪਣੀ ਮਦਰ ਦੇ ਲਈ ਬੁੱਕ ਲਿਖੀ ਸੀ ਮੀ ਐਂਡ ਮਾਂ, ਤੇ ਤੁਸੀਂ ਹਰ ਵਾਰ ਇੰਟਰਵਿਊਜ਼ ਵਿੱਚ ਵੀ ਇਹ ਕਹਿੰਦੇ ਹੋ ਕਿ ਤੁਹਾਨੂੰ ਇੰਡਸਟਰੀ ਦੇ ਵਿੱਚ ਸਪੋਰਟ ਕਰਨ ਵਾਲਾ ਦੋਸਤ ਬਾਅਦ 'ਚ ਪਹਿਲਾਂ ਜਿਹਨੇ ਸਪੋਰਟ ਕੀਤਾ ਤੁਹਾਡੇ ਮਦਰ ਸੀਗੇ, ਤੇ ਇਸ ਚੀਜ਼ ਨੂੰ ਆਪਾਂ ਸੈਕਿੰਡ ਰੀਜ਼ਨ ਕੰਸੀਡਰ ਕਰ ਸਕਦੇ ਹਾਂ ਇਸ ਫਿਲਮ ਨੂੰ ਸਾਈਨ ਕਰਨ ਦੇ ਵਿੱਚ? मैं इस तरह कह सकती हूँ कि मैं लड़कियाँ कि चाहे वो मेरी किताब होए चाहे आ फिल्म होए माँ, मैनू लोगों को माँ रीइंट्रोड्यूस करना ਜਿਹੜੇ ਉਹ ਭੁੱਲ ਗਏ ਨੇ ਕਿ ਥੋੜਾ ਜਿਹਾ ਮਾਂ ਨੂੰ ਵੀ ਉਹੀ ਪਿਆਰ ਉਹੀ ਖੁਸ਼ੀਆਂ ਉਹੀ ਮੁਸਕਰਾਹਟਾਂ ਦੇਈਏ। मैं वो जरिया बन सकी हूँ शायद थ्रू माई बुक एंड थ्रू दिस फिल्म। तो मैंने लगता मैं एक लकी बेटी रही हाँ कि आ मौका मैंने मिला है टू पे अ ट्रिब्यूट टू नॉट जस्ट माई मदर बट टू ऑल द मदर्स। थैंक यू। और किसी का सवाल है कोई? Anybody else? There. आप सभी को मेरा नमस्कार। मेरा नाम शिल्पा यादव है और मेरा सवाल आप सभी के लिए है कि आप सभी को कोई ऐसी प्रॉब्लम मतलब मूवी के टाइम पे जो फेस करनी पड़ी हो जो आप हम सभी के साथ शेयर करना चाहेंगे तो वो बताइए। वैसे तो कोई प्रॉब्लम नहीं थी, बट
शूट हुई तो कोविड का मतलब जो फर्स्ट टाइम कोविड जब शुरू हुआ तो वो एक दौर शुरू हो गया था, तो फिल्म इन बिटवीन हमें बंद करनी पड़ी। ऑलमोस्ट 8-10 दिन की शूट रहती थी, तो वो आके बाद में शूट किए। तो वही एक थोड़ा प्रॉब्लम, एक समस्या हमें आई जिसकी वजह से काफ़ी, क्योंकि जो छोटे छोटे बच्चे सी ये पहला 3 साल पहले शूट कर रहे थे, इन्हों के एक 2 सीन रह गए, पतंदर बड्डे बहुत हो गए। वो बहुत अखियाँ चीज़ा मैनेज की। एक होर बच्चा सीगा तो वो काफ़ी बड़ा हो गया सी, तो सीन बहुत डिफरेंट तरीके शूट किए, बहुत मैनेज किया। लकीली सीन एक रहा तो उन्होंने तरीके मैनेज किया। वही एक समस्या सी, बाकी तो कोई प्रॉब्लम नहीं है। टचवुड फिल्म बहुत वधिया तरीके शूट हुई और बहुत रीच ला के शूट की हुई फिल्म है। प्रोड्यूसर ਆਪਾਂ ਦੇਖ ਰਹੇ ਸੀ, ਪ੍ਰੋਮੋਸ ਵੀ ਚੱਲ ਰਹੇ ਸੀਗੇ, ਤੁਸੀਂ ਲੁਧਿਆਣਾ ਵੀ ਪ੍ਰੋਮੋਸ਼ਨ ਵਾਸਤੇ ਤੇ ਜਾਂ ਪੰਜਾਬ ਦਾ ਹੋ ਰਹਿੰਦਾ ਤੇ ਨੀਅਰ ਬਾਏ ਹਰਿਆਣਾ ਹੈ, ਉੱਥੇ ਵੀ ਤੁਹਾਡੇ ਫੈਨ ਫੋਲੋਇੰਗ ਹੈ, ਹਿਮਾਚਲ ਹੈ ਤੇ ਪ੍ਰੋਮੋਸ਼ਨਸ ਜੋ ਹੈ ਨੀਅਰ ਬਾਏ ਸਟੇਟ ਛੋਟਾ ਪਾਈ ਕਹਿੰਦੇ ਆਪਾਂ। ਤੁਹਾਨੂੰ ਨਹੀਂ ਲੱਗਦਾ ਕਿ ਅਗਰ ਅਟੈਚ ਹੋਵਾਂਗੇ ਆਪਾਂ ਤੇ ਕਈ ਐਸੇ ਮੁੱਦੇ ਹੈ ਜਦੋਂ ਡਿਫਰੈਂਸ਼ੀਏਟ ਕਰਦੀ ਹੈ ਪੋਲਿਟਿਕਸ, ਤੇ ਤੁਹਾਡਾ ਇੱਕ ਸਟੈਪ ਹੈ ਕਿਉਂਕਿ ਗੁਰਦਾਸ ਮਾਨ ਸਾਹਿਬ ਦਾ ਜ਼ੋਨ ਇੰਨਾ ਵੱਡਾ ਹੈ ਕਿ ਹਰ ਦਰਸ਼ਕ ਉਹਨਾਂ ਨੂੰ ਦੇਖਣ ਨੂੰ ਜਾਂਦਾ ਹੈ। ਤੁਹਾਨੂੰ ਲੱਗਦਾ ਪ੍ਰਮੋਸ਼ਨ ਹਰਿਆਣਾ ਹਿਮਾਚਲ 'ਚ ਵੀ ਹੋਣੀ ਚਾਹੀਦੀ ਪੰਜਾਬੀ ਸਿਨੇਮਾ? ਐਕਚੁਅਲੀ ਕੀ ਹੈ ਕਿ ਦੇਖੋ ਜਦੋਂ ਆਪਾਂ ਹੁਣ ਪੰਜਾਬ 'ਚ ਵੀ ਆ, ਹੁਣ ਅੱਗੇ ਕੀ ਹੁੰਦਾ ਸੀਗਾ ਕਿ ਆਪਾਂ ਆਲਮੋਸਟ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਜਦੋਂ ਫਿਲਮਾਂ ਆਈਆਂ ਸੀ ਆਪਣੀਆਂ ਪਹਿਲੀ ਕੈਰੀਅਰ ਜੱਟਾਂ ਜਾਂ ਜਿਹਨੇ ਮੇਰਾ ਦਿਲ ਲੁੱਟਿਆ, ਸਿੰਘ ਵਰਸਸ ਕੌਰ, ਉਦੋਂ ਅਸੀਂ ਤਕਰੀਬਨ ਹਰ ਸ਼ਹਿਰ 'ਚ ਜਾਂਦੇ ਸੀ ਪੰਜਾਬ ਦੇ ਵਿੱਚ ਵੀ। ਤੇ ਹੁਣ ਥੋੜ੍ਹਾ ਜਿਹਾ ਅਸੀਂ ਕੀ ਕੀਤਾ ਵੀ ਉਦੋਂ ਦਿੱਲੀ ਵਗੈਰਾ ਨਹੀਂ ਸੀ ਜਾਂਦੇ ਤੇ ਬਾਹਰਲੇ ਕੰਟਰੀਆਂ 'ਚ ਨਹੀਂ ਸੀ ਜਾਂਦੇ। ਜਿਵੇਂ ਹੁਣ ਮੈਂ ਕੈਨੇਡਾ ਸੀਗਾ, ਮੈਂ ਕੈਨੇਡਾ ਪ੍ਰਮੋਟ ਕਰਕੇ ਆ ਫਿਲਮ ਤੋਂ, ਹੁਣ ਅਸੀਂ ਦਿੱਲੀ ਸੀਗੇ, ਦਿੱਲੀ ਤੋਂ ਇੱਥੇ ਆਏ। ਹੁਣ ਜਦੋਂ ਇੱਥੇ ਤੁਹਾਡੇ ਕੋਲ ਆ ਕੇ ਪ੍ਰਮੋਟ ਕਰਦੇ ਆ ਤਾਂ ਤੁਸੀਂ ਇੱਥੋਂ ਆਲਮੋਸਟ ਸਾਰੇ ਪੰਜਾਬ 'ਚ ਖਬਰ ਪਹੁੰਚਾ ਦਿੰਦੇ ਹੋ। ਇਸ ਇੱਕ ਵੱਡੀ ਪ੍ਰੈਸ ਕਾਨਫਰੰਸ ਦੇ ਨਾਲ ਸਾਰੇ ਜਗ੍ਹਾ ਦੇ ਉੱਤੇ ਮੀਡੀਆ 'ਤੇ ਚਲੇ ਜਾਂਦਾ। ਸੋ ਜਿਵੇਂ ਦਿੱਲੀ ਤੋਂ ਇੱਥੋਂ ਉੱਧਰਲੇ ਪਾਸੇ ਵੀ ਕਾਫੀ ਚੀਜ਼ਾਂ ਚਲੇ ਜਾਂਦੀਆਂ, ਹੌਲੀ ਹੌਲੀ ਉੱਧਰ ਬਿਜ਼ਨਸ ਗਰੋ ਹੋ ਰਿਹਾ। ਜਦੋਂ ਹੋਣ ਬਿਹਤਰ ਹੋਣ ਲੱਗ ਜਾਊ, ਇਹਦੇ ਬਾਰੇ ਸਾਨੀ ਸਾਹਿਬ ਜ਼ਿਆਦਾ ਦੱਸ ਸਕਦੇ ਨੇ ਕਿ ਉੱਧਰ ਆਪਣੀਆਂ ਕਿੰਨੀ ਕੁ ਫਿਲਮ ਰਿਲੀਜ਼ ਹੁੰਦੀ ਆ, ਤੇ ਜਦੋਂ ਆਪਾਂ ਨੂੰ ਰਿਕੁਆਇਰਮੈਂਟ ਲੱਗੂਗੀ ਤਾਂ ਆਪਾਂ ਡੈਫੀਨੇਟਲੀ ਜਾਇਆ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰਿਆਂ ਨੂੰ। ਸੋ ਫਿਲਮਸ ਮੈਨੂੰ ਲੱਗਦਾ ਕਿ ਇੱਕ ਮੀਡੀਅਮ ਹੁੰਦੀਆਂ ਨੇ ਲੋਕਾਂ ਤੱਕ ਪਹੁੰਚਣ ਦਾ, ਤੇ ਮੀਡੀਅਮ ਅੱਜ ਸੋਸ਼ਲ ਮੀਡੀਆ, ਡਿਜੀਟਲ ਮੀਡੀਆ ਇੰਨਾ ਪਾਵਰਫੁਲ ਹੋ ਚੁੱਕਾ ਹੈ ਕਿ ਤੁਸੀਂ ਹਾਂਗਕਾਂਗ 'ਚ ਵੀ ਫਿਲਮ ਰਿਲੀਜ਼ ਕਰ ਰਹੇ ਹੋ ਚੰਡੀਗੜ੍ਹ ਬੈਠ ਕੇ। ਸੋ ਸਮਹਾਓ ਇੱਕ ਕਨੈਕਟੀਵਿਟੀ ਮੈਨੂੰ ਲੱਗਦਾ ਕਿ ਥਰੂ ਸੋਸ਼ਲ ਮੀਡੀਆ ਅਸੀਂ ਆਲਰੇਡੀ ਅਦਰ ਸਟੇਟਸ ਹੁੰਦੀ ਹੈ, ਬਟ ਤੁਹਾਡਾ ਸੁਜੈਸ਼ਨ ਮੋਸਟ ਵੈਲਕਮ ਹੈ ਜੀ। ਜਿਸ ਤਰ੍ਹਾਂ ਫਿਲਮਸ ਹੋਰ ਆਪਣਾ ਦਾਇਰਾ ਵਧਾਉਂਦੇ, ਉਸ ਤੋਂ ਅਸੀਂ ਬਾਕੀ ਸਟੇਟਸ ਵੀ ਪ੍ਰਮੋਟ ਕਰਾਂਗੇ। ਥੈਂਕ ਯੂ ਫॉर द ਸੁਜੈਸ਼ਨ। ਜੀ ਜੀ ਆਪ ਟੈਕਨੀਕ ਹੋ ਗਿਆ ਜੀ, ਬਾਕੀ ਤਾਂ ਸਾਰੇ ਸੀਨੀਅਰ ਹੈ, ਸਾਰੇ ਸਿਆਣੇ ਕਲਾਕਾਰ ਨੇ, ਮੰਨੇ ਹੋਏ ਕਲਾਕਾਰ ਬਈ ਕਲਾ ਸੇਵਾ ਦੀ ਸਾਰੇ ਆਪਣਾ ਰੋਲ ਬਾਖੂਬੀ ਨਿਭਾ ਲੈਂਦੇ ਨੇ। ਬੱਚਿਆਂ ਕੋਲੋਂ ਕਿਵੇਂ ਤੁਸੀਂ ਐਕਟ ਕਰਾਇਆ, ਕਿਵੇਂ ਇਹਨਾਂ ਨੂੰ ਸਿਲੈਕਟ ਕੀਤਾ? ਇਹ ਤਾਂ ਬੱਚੇ ਬਹੁਤ, ਇੱਕ ਤਾਂ ਮੁੰਡੇ ਨੂੰ ਨੈਸ਼ਨਲ ਅਵਾਰਡ ਮਿਲਿਆ ਜੀ, ਇਹ ਬਹੁਤ ਅੱਛੇ ਐਕਟਰ ਨੇ, ਇਹ ਵੀ ਮੁੰਡਾ ਬਹੁਤ ਅੱਛਾ ਐਕਟਰ ਹੈ ਜੀ। ਔਰ ਸੱਚੀ ਦੱਸਾਂ ਤਾਂ ਇਹਨਾਂ ਨੂੰ ਕੋਈ ਸਾਨੂੰ ਇੱਦਾਂ ਦੀ ਕੋਈ ਕੁਝ ਕਰਨਾ ਨਹੀਂ ਪਿਆ ਕਿ ਅਸੀਂ ਇਹਨਾਂ ਨੂੰ ਸਨੀਪਰਾਂ ਨੂੰ ਕੁਝ ਦੱਸਿਆ ਜਾਂ ਕੁਝ ਕੀਤਾ। ਇਹਨਾਂ ਨੂੰ ਇਹਨਾਂ ਦਾ ਰੋਲ ਸਮਝਾਇਆ, ਬਹੁਤ ਇੰਟੈਲੀਜੈਂਟ ਐਕਟਰ ਨੇ ਇਹ। ਔਰ ਇਹ ਕਹਿ ਸਕਦੇ ਹੋ ਕਿ ਇਹ ਛੋਟਾ ਵਰਜਨ ਆਫ ਘੁੱਗੀ ਭਾਜੀ ਹੋਣੀ ਨੇ, ਤੇ ਬਹੁਤ ਸਿਆਣੇ ਨੇ ਇਹ ਵੀ। ਤੁਸੀਂ ਉਹ ਕਾਊਂਟਰ ਮੇਰੇ ਵਾਲੀ ਕੈਟੇਗਰੀ 'ਚ ਕਾਊਂਟਰ ਨਾ ਕਰੋ ਇਹਨਾਂ ਨੂੰ। ਮਤਲਬ ਇਹਨਾਂ ਦਾ ਮੈਂ ਇੱਕ ਗੱਲ ਦੱਸਾਂ, ਬੱਚੇ ਸਾਰਿਆਂ ਨਾਲੋਂ ਖਤਰਨਾਕ ਐਕਟਰ ਹੁੰਦੇ ਨੇ। ਉਹ ਜਿੰਨਾ ਨੈਚੁਰਲ ਕਰਦੇ ਨੇ ਨਾ, ਸਾਨੂੰ ਪਤਾ ਨਹੀਂ ਚੱਲਦਾ। ਵੀ ਹੈਵ ਟੂ ਮੈਚ ਦੈਮ, ਵੀ ਹੈਵ ਟੂ ਮੈਚ ਦੈਮ। ਮਤਲਬ ਇਹਨਾਂ ਦੇ ਰੀਟੇਕਸ ਘੱਟ ਹੋਏ ਬਾਕੀਆਂ ਨਾਲੋਂ? ਨਹੀਂ, ਇਹ ਤਾਂ ਐਕਚੁਅਲੀ ਸਾਡੇ ਡਾਇਰੈਕਟਰ ਸਾਹਿਬ ਬਲਜੀਤ ਸਿੰਘ ਦਿਓ ਜੀ ਇੱਥੇ ਹੈ ਨਹੀਂਗੇ, ਕਿਉਂਕਿ ਮੈਂ ਜ਼ਿਆਦਾ ਦੱਸ ਨਹੀਂ ਸਕਦਾ, ਕਿਉਂਕਿ ਜਦੋਂ ਮੈਂ ਸ਼ੂਟਿੰਗ ਤੇ ਸੀ ਉਦੋਂ ਇਹ ਨਹੀਂ ਸੀ, ਕਿਉਂਕਿ ਜਦੋਂ ਇਹ ਸ਼ੂਟਿੰਗ ਤੇ ਸੀ ਉਦੋਂ ਮੈਂ ਨਹੀਂ ਸੀ, ਕਿਉਂਕਿ ਮੈਂ ਇਹੀ ਹਾਂ। ਇਹ ਮੇਰਾ ਛੋਟਾ ਹੈ ਜੋਰਾ, ਜਦੋਂ ਛੋਟਾ ਮੈਂ ਤਾਂ ਛੋਟੇ ਦਾ ਪਾਰਟ ਇਹਨੇ ਨਿਭਾਇਆ ਮੇਰੇ ਨਾਲ, ਇਹਨੇ ਬੱਬਲ ਦਾ ਨਿਭਾਇਆ ਤੇ ਤਕਦੀਰ ਦਾ। ਸੋ ਉਹ ਉਸ ਕਰਕੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕਿੰਨੇ ਕੁ ਟੇਕ ਲਏ, ਤੇ ਬਟ ਇਹ ਹੈ ਕਿ ਇਹਨਾਂ ਨੇ, ਮੈਂ ਫਿਲਮ ਦੇਖੀ ਹੈ, ਫਿਲਮ ਮੈਂ ਦੇਖੀ, ਇਹਨਾਂ ਨੇ ਬਹੁਤ ਹੀ ਅੱਛਾ ਪਰਫਾਰਮ ਕੀਤਾ, ਬਹੁਤ ਜ਼ਿਆਦਾ ਵਧੀਆ। Anybody else? Okay, so ਪਹਿਲਾਂ ਆਪਾਂ ਗਰੁੱਪ ਵਾਈਜ਼ ਕਰਾਂਗੇ, ਇਸ ਤੋਂ ਬਾਅਦ ਹੈਵੀ ਕੁਐਸਚਨ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਗਗਨ ਹੈ ਜੀ। ਤੁਹਾਡੀ ਤੇ ਤੁਹਾਡੇ ਬੇਟੇ ਦੀ ਸੋਸ਼ਲ ਮੀਡੀਆ ਤੇ ਵਧੀਆ ਕੈਮਿਸਟਰੀ ਹੁੰਦੀ ਹੈ, ਤਾਂ ਇਸ ਫਿਲਮ 'ਚ ਤੁਹਾਡਾ ਬੇਟਾ
ਐਕਚੁਅਲੀ ਜੀ ਇੱਕ ਤਾਂ ਉਹ ਪੜ੍ਹਦਾ ਬਾਹਰ ਆਇਆ ਜੀ, ਇੱਥੇ ਹੈ ਨਹੀਂ ਸੀ ਸ਼ੂਟਿੰਗ ਦੇ ਟਾਈਮ ਦੇ ਵਿੱਚ, ਹੁੰਦਾ ਤਾਂ ਅਸੀਂ ਲੈ ਲੈਂਦੇ। ਤੇ ਪਰ ਇਹ ਆ ਵੀ ਕਈ ਜਿਹੜੇ ਕਰੈਕਟਰ ਨੇ ਜਾਂ ਕਈ ਜਿਹੜੇ ਰੋਲ ਨੇ ਉਹ ਕਿਸੇ ਇੱਕ ਬੱਚੇ ਲਈ ਬਣੇ, ਮਤਲਬ ਇਹ ਉਹ ਰੋਲ ਇਹਦੇ ਲਈ ਜ਼ਿਆਦਾ ਸੂਟੇਬਲ ਸੀ ਰਾਦਰ ਦੈਨ ਕਿ ਜੇ ਛੰਨਾ ਕਰਦਾ ਉਹਦੇ ਲਈ, ਉਹਦੇ ਨਾਲੋਂ ਜ਼ਿਆਦਾ ਇਹ ਸੂਟ ਕਰਦਾ ਸੀਗਾ। ਨਹੀਂ ਤਾਂ ਜੇ ਉਹ ਜ਼ਿਆਦਾ ਸੂਟ ਕਰਦਾ ਹੁੰਦਾ ਸੀ ਉਹ ਲੈ ਲੈਣਾ ਸੀਗਾ। ਹੁਣ ਜਦੋਂ ਉਹਨੇ ਦਿਲਜੀਤ ਵਾਲੀ ਕੀਤੀ ਫਿਲਮ ਹੌਸਲਾ, ਉਹਨਾਂ ਨੂੰ ਲੱਗਿਆ ਕਿ ਉਹ ਸੂਟ ਕਰਦਾ ਤਾਂ ਉਹਨਾਂ ਨੇ ਉਹ ਲੈ ਲਿਆ, ਤੇ ਮੈਨੂੰ ਲੱਗਿਆ ਉਹ ਕਿ ਉਹ ਸੂਟ ਕਰਦਾ ਤਾਂ ਮੈਂ ਲੈ ਲੈਣਾ ਸੀਗਾ। ਇਹ ਜ਼ਿਆਦਾ ਸੂਟ ਕਰਦੇ ਸੀ ਤੇ ਅਸੀਂ ਇਹ ਲੈ ਲਿਆ। That's it? Okay, so congratulations to Kippy sir because आज इनका उनका birthday है। Thank you. Okay, so going forward ਹੁਣ ਆਪਾਂ ਸਭ ਤੋਂ ਪਹਿਲਾਂ group fight ਕਰਾਂਗੇ ਤੇ ਇਸ ਤੋਂ ਬਾਅਦ one on one Okay, so firstly to the Kippy sir, ਸਭ ਤੋਂ ਪਹਿਲਾਂ ਆਪਣੀ ਫਿਲਮ ਦੇ ਸਬਜੈਕਟ ਨੂੰ ਆਪਾਂ ਕਿੱਦਾਂ ਚੂਜ਼ ਕੀਤਾ ਹੈ ਤੇ ਇਸ ਦੀ ਸ਼ੂਟਿੰਗ ਕਿਸ ਤਰ੍ਹਾਂ ਕੀਤੀ ਗਈ ਹੈ ਉਸ ਦੇ ਬਾਰੇ ਥੋੜਾ ਜਿਹਾ ਸ਼ੇਅਰ ਕਰੀਏ। ਸ਼ੂਟਿੰਗ ਕੀਤੀ ਗਈ ਜੀ ਕੈਮਰੇ ਨਾਲ। फिल्म नजर जिला कि हम लोग ये पहली फिल्म बनी सी वो प्लान की थी, पर सबको क्योंकि वहाँ क्या मैंने सब्जेक्ट है कि सबको उससे आगे स्क्रिप्ट बड़ा बहुत टाइम भी बहुत लग गया। फाइनली कास्ट करते करते डिवेलपमेंट जब आया बहुत लेट पहुँचे सीन है और सब भी एक्टर बन रहे हैं बड़ा रोल बहुत कर रहे हैं। सो फाइनली वो इतना रह गया अदा नंबर परसों फिल्म रिलीज हुई है। मेरा तो बढ़िया लगूगी कि अभी बहुत एफर्ट किया कि मैं कहना चाहता कि साड़ी को कैटेगरी में आता है फाइन फिल्म हो गई। सो जिस जोन के विच फिल्मां सीगियां जिस जॉनर दियां अरदास का ये उस थोड़ी उस जॉनर को टारगेट कर दी है। ये बहुत अच्छी फिल्म है। उसी एक्सेस तौर पर कुछ दिन के फिल्म की की मैसेज है आज देख के तो दूसरे की मैसेज है और तो सारे दिन बहुत अच्छा मैसेज है। ये नहीं क्या कि जो वहाँ पे खड़ी है सो हर बंदा शूटिंग करके मिला सकते हैं अपना डेली रूटीन हमारा अपनी थोड़ी कटकट होती रहती है नोट करते हैं आपको वहाँ मुझे लगा कि फिल्म देख के देखो तो सब तो पहले अपनी माँ को छुट्टी देता हूँ। जी भाजी फिल्म पूरी होने ਨੂੰ ਕਿੰਨਾ ਸਮਾਂ ਲੱਗਿਆ मतलब पूरी हो बहुत समय लग गया जी। मैं बस कोविड आ गया था उसको पहले जरूर की थी ट्रेन का की उसके बाद सारे बंदे किसी ने काम पड़े क्योंकि आर्टिस्ट बहुत ज़्यादा सी सारे इकट्ठे करते वक्त लग गया। बट जो भी है प्रोडक्ट अभी बहुत मजे ना बनाया तसली क्योंकि सानू फिल्म जी कोई भी फिल्म कोई क्यों नहीं बन रही है दोस्त बड़े काफ़ी फायदा है। ये फिल्म का कोई कोई कॉमेडी फिल्म जी होती है वो पता लगा कि स्क्रिप्ट बड़ी उसकी कपड़े सजे भी हो गए कि भाई जो नहीं होता है सारा सुपर टाइम करा लगता ये फिल्म लगी जाती है पर ये फिल्म जो बड़ी थी उसका हेल्दी था जान सर ये थॉट किने सब्जेक्ट मां थॉट एक्चुअली भाई ये बहुत टाइम तो वैसे ही मैं सीखा कि मैं ये फिल्म बनानी है मां ते काफ़ी कोई ऐसी डिस्कस किया है ये मेरे को टाइटल बहुत साल पहला तो ਜਿਹੜੇ ਸ਼ੁਰੂ ਦੇ ਵਿੱਚ ਮੈਂ ਟਾਈਟਲ ਰਜਿਸਟਰ ਕਰਾਇਆ ਸੀ ਉਹਨਾਂ ਦੇ ਵਿੱਚ ਟਾਈਟਲ ਸੀਗਾ ਤੇ ਉਦੋਂ ਦਾ ਹੀ ਦਿਮਾਗ 'ਚ ਘੁੰਮ ਰਿਹਾ ਸੀ ਕਿ ਬਣਾਉਣਾ ਸੀ। ਭਾਜੀ ਰਿਕੁਐਸਟ ਦੇ ਦਿਓ 6 ਮਹੀਨੇ ਸਾਰੇ ਫਿਲਮ ਦੇਖੇ ਜਾਣਗੇ ਉਹ ਵਾਲੀ ਬਿਲਕੁਲ ਹੀ ਫਿਲਮ ਰਿਲੀਜ਼ ਹੋ ਰਹੀ ਹੈ ਜੀ 6 ਮਈ ਨੂੰ ਮਦਰਸ ਡੇ ਦਾ ਵੀਕਐਂਡ ਹੈ ਸਰ ਰੈਗੂਲਰ ਰਹੇ ਸਾਰਾ ਮਸਲਾ ਕਿ ਆਪਣੀ ਫੈਮਿਲੀ ਆਪਣੇ ਲੈ ਕੇ ਜਾਓ ਬੱਚੇ ਆਪਣੇ ਪੇਰੈਂਟਸ ਨੂੰ ਲੈ ਕੇ ਜਾਣ ਤੇ ਪੇਰੈਂਟਸ ਆਪਣੇ